ਗੁਰੂ ਨਾਨਕ ਵਹਿਦਤ ਦਾ ਮੁਜੱਸਮਾ ਹਨ, ਜੋ ਬਹੁਤ ਲੋਕਾਂ ਦੇ ਰਹਿਨੁਮਾ ਹਨ। 15ਵੀਂ ਸਦੀ ਵਿੱਚ ਪੈਦਾ ਹੋਏ ਗੁਰੂ ਨਾਨਕ ਨੇ 2 ਦਹਾਕਿਆਂ ਤੋਂ ਜ਼ਿਆਦਾ ਸਮਾਂ ਦੂਰ ਦੁਰੇੜੀਆਂ ਥਾਵਾਂ ਦਾ ਬੇਗਰਜ਼ ਸਫ਼ਰ ਕੀਤਾ। ਵੰਨ ਸਵੰਨੇ ਸੱਭਿਆਚਾਰਾਂ ਅਤੇ ਮਜ਼ਹਬੀ ਅਕੀਦਿਆਂ ਦੇ ਲੋਕਾਂ ਨਾਲ ਸਾਂਝ ਪਾਉਣ ਲਈ ਉਹਨਾਂ ਨੇ ਫਲਸੂਫੀਆਂ ਅਤੇ ਸਮਾਜਿਕ ਗੋਸ਼ਟ ਰਚਾਇਆ। ਸ਼ਬਦਾਂ ਅਤੇ ਮੌਸੀਕੀ ਰਾਹੀਂ ਉਹਨਾਂ ਨੇ ਆਪਣਾ ਤਜਰਬਾਤੀ ਗਿਆਨ ਦਿਲਕਸ਼ੀ ਨਾਲ ਵਰਤਾਇਆ। ਵਹਿਦਤ ਦੀ ਪੈਰਵੀ ਲਈ ਉਹਨਾਂ ਨੇ ਬੇਖੌਫ ਹੋ ਕੇ ਸਮਾਜਿਕ ਵੰਡੀਆਂ ਨੂੰ ਵੰਗਾਰਿਆ ਅਤੇ ਸਿਦਕ ਦਿਲੀ ਨਾਲ ਲਿੰਗਕ, ਮਜ਼ਹਬੀ, ਨਸਲੀ ਅਤੇ ਜਮਾਤੀ ਨਾ ਬਰਾਬਰੀ ਦਾ ਵਿਰੋਧ ਕੀਤਾ। ਮੇਰਾ ਨਾਮ ਅਮਰਦੀਪ ਸਿੰਘ ਹੈ। ਮੈਂ ਤਰਤੀਬਵਾਰ ਗੁਰੂ ਨਾਨਕ ਦੇ ਜੀਵਨ ਬਿਰਤਾਂਤ ਨੂੰ ਪੁਰਾਤਨ ਇਤਿਹਾਸਕ ਲਿਖਤਾਂ ਮੁਤਾਬਕ ਤਲਾਸ਼ ਕਰਾਂਗਾ। गुरु नानक देव जी ने हमको परम पिता परमात्मा का नाम बताया। ਉਹਨਾਂ ਦਾ ਸੁਨੇਹਾ ਮਨੁੱਖਤਾ ਦੇ ਏਕੇ ਵਾਲਾ ਸੀ, ਜੋ ਇਲਾਕਿਆਂ, ਜਾਤਾਂ ਅਤੇ ਮਜ਼ਹਬਾਂ ਦੀਆਂ ਵੰਡੀਆਂ ਤੋਂ ਉੱਪਰ ਸੀ। 530 ਸਾਲ ਪਹਿਲੇ ਇੱਥੇ ਆਉਣਾ ਕਿੰਜ ਹੋਏਗਾ? ਅਣਜਾਣ ਧਰਤੀ, ਅਣਜਾਣ ਬੋਲੀ, ਉਹ ਅਸਰ ਕਾਇਮ ਹੀ ਨਹੀਂ ਰਿਹਾ, ਸਗੋਂ ਲਗਾਤਾਰ ਵੱਧਦਾ ਗਿਆ। ਨੂਰੇ ਤੋਹੀਦ, ਵਹਿਦਤ ਦੀ ਰੋਸ਼ਨੀ ਜਗਾਉਣ ਵਾਲੇ ਕੋਮਲ ਜੁਝਾਰੂ ਦੀ ਅਣਭੋਲ ਉਮਰ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। ਸੈਨਤ ਉਹ ਕੁੰਜੀ ਹੈ ਜੋ ਬਿਰਤਾਂਤ ਦੇ ਗੁੱਝੇ ਅਰਥਾਂ ਦਾ ਭੇਦ ਖੋਲ੍ਹਦੀ ਹੈ। ਅਜ਼ਲਾਂ ਤੋਂ ਲੋਕ ਆਪਣੇ ਮਨਸੂਬਿਆਂ ਹਿਤ ਨਵੀਆਂ ਥਾਵਾਂ ਦਾ ਸਫ਼ਰ ਕਰਦੇ ਰਹੇ ਹਨ। ਸਿਕੰਦਰ ਨੇ ਪਰਾਏ ਮੁਲਕ ਜਿੱਤੇ, ਮਾਰਕ ਪੋਲੋ ਨੇ ਸੌਦਾਗਰੀ ਦੀ ਗੁੰਜਾਇਸ਼ ਫਰੋਲੀ। ਗੁਰੂ ਨਾਨਕ ਨਿਆਰੀ ਸ਼ਖਸੀਅਤ ਹਨ। ਉਹ ਅਜਿਹੇ ਰੂਹਾਨੀ ਮੁਸਾਫਰ ਸਨ ਜਿਨ੍ਹਾਂ ਨੇ ਆਪਣੀਆਂ ਉਦਾਸੀਆਂ ਦੌਰਾਨ ਬਿਖੜੇ ਪੈਂਡੇ ਤੈਅ ਕੀਤੇ ਅਤੇ ਵਹਿਦਤ ਦਾ ਕਰਤਾਰੀ ਬੋਲ ਸੁਣਾਇਆ। ਗੁਰੂ ਨਾਨਕ ਨੇ ਆਪਣੇ ਜੀਵਨ ਬਾਬਤ ਤਾਂ ਕੁਝ ਨਹੀਂ ਲਿਖਿਆ, ਪਰ ਆਪਣੀ ਵਿਰਾਸਤ ਵਜੋਂ ਇਲਾਹੀ ਬਾਣੀ ਦਾ ਅਨੰਤ ਭੰਡਾਰ ਛੱਡ ਗਏ, ਜੋ ਜਗਿਆਸੂਆਂ ਨੂੰ ਜ਼ਿੰਦਗੀ ਦੇ ਹਰ ਪੜਾਅ ਉੱਤੇ ਪ੍ਰੇਰਨਾ ਦਿੰਦਾ ਹੈ। जब लग दुनिया रही नानक किछ सुनिए किछ कहिए। ਜਨਮ ਸਾਖੀ ਲਫ਼ਜ਼ 2 ਸ਼ਬਦਾਂ ਦਾ ਜਮਾ ਜੋੜ ਹੈ। ਜਨਮ ਦਾ ਮਤਲਬ ਜ਼ਿੰਦਗੀ ਤੇ ਸਾਖੀ ਦਾ ਮਤਲਬ ਦਾਸਤਾਨ ਹੈ।
ਗੁਰੂ ਨਾਨਕ ਦੇ ਜੀਵਨ ਸਫ਼ਰ ਨਾਲ ਜੁੜੀ ਤਫਸੀਲ ਨਹਿਚਾਵਾਨ ਜੀਆਂ ਦੀ ਮੂੰਹ ਜ਼ਬਾਨੀ ਤੁਰੀ ਆਈ ਅਤੇ ਇੱਕ ਵੇਲੇ ਕਾਗਜ਼ ਉੱਤੇ ਦਰਜ ਹੋਣ ਲੱਗੀ। ਇਹ ਜਨਮ ਸਾਖੀ ਸਾਹਿਤ ਗੁਰੂ ਨਾਨਕ ਦੇ ਫਲਸਫੇ ਨੂੰ ਸਾਂਭਣ ਅਤੇ ਵਰਤਾਉਣ ਦੇ ਇਰਾਦੇ ਨਾਲ ਕਲਮਬੰਦ ਕੀਤਾ ਗਿਆ। ਗੁਰੂ ਨਾਨਕ ਦੇ ਜੋਤੀ ਜੋਤ ਸਮਾ ਜਾਣ ਤੋਂ 65 ਸਾਲ ਬਾਅਦ ਭਾਈ ਗੁਰਦਾਸ ਨੇ ਉਹਨਾਂ ਦੇ ਜੀਵਨ ਬਾਬਤ ਪਹਿਲੀ ਵਾਰ ਲਿਖਿਆ। ਇਸ ਤੋਂ ਬਾਅਦ ਜਨਮ ਸਾਖੀਆਂ ਆਈਆਂ, ਜਿਨ੍ਹਾਂ ਵਿੱਚ ਉਘੜਵੇਂ ਨਾਮ ਹਨ ਸੀਹਾ ਉੱਪਲ, ਹਾਫਿਜ਼ਾਬਾਦ, ਮਿਹਰਬਾਨ, ਭਾਈ ਮਨੀ ਸਿੰਘ, ਵਲਾਇਤ ਵਾਲੀ, ਕੋਲਬਰੂਕ ਵਾਲੀ ਅਤੇ B40। ਇਹਨਾਂ ਲਿਖਤਾਂ ਵਿੱਚ ਕੁਝ ਸਮਾਨਤਾਵਾਂ ਅਤੇ ਵਖਰੇਵੇ ਵੀ ਹਨ, ਪਰ ਗੁਰੂ ਨਾਨਕ ਦੇ ਜੀਵਨ ਸਫ਼ਰ ਬਾਰੇ ਮੁੱਢਲੇ ਇਤਿਹਾਸਕ ਸਰੋਤ ਇਹੋ ਹਨ। ਸਮੇਂ ਦੇ ਨਾਲ-ਨਾਲ ਗੁਰੂ ਨਾਨਕ ਦੀਆਂ ਉਦਾਸੀਆਂ ਬਾਬਤ ਨਵੀਆਂ ਥਾਵਾਂ ਦੇ ਕਿੱਸੇ ਸਾਹਮਣੇ ਆਉਂਦੇ ਗਏ, ਜਿਨ੍ਹਾਂ ਦਾ ਹਵਾਲਾ ਪੁਰਾਣੀਆਂ ਲਿਖਤਾਂ ਵਿੱਚ ਨਹੀਂ ਮਿਲਦਾ। ਇਸ ਤੋਂ ਇਲਾਵਾ ਉਹਨਾਂ ਦੇ ਜੀਵਨ ਦੀ ਤਫਸੀਲ ਵਿੱਚ ਕੌਤਕਾਂ ਅਤੇ ਮਿੱਥਾਂ ਦੀ ਭਰਤੀ ਹੁੰਦੀ ਗਈ। ਨਵੀਂ ਭਰਤੀ ਉਹਨਾਂ ਦੇ ਬੁਨਿਆਦੀ ਫਲਸਫੇ ਉੱਤੇ ਭਾਰੂ ਹੋਣ ਲੱਗੀ। ਹਾਲੀਆ ਦੌਰ ਵਿੱਚ ਡਾਕਟਰ ਕਿਰਪਾਲ ਸਿੰਘ ਨੇ ਜਨਮ ਸਾਖੀ ਪਰੰਪਰਾ ਦੇ ਸਿਰਲੇਖ ਹੇਠ ਪਹਿਲੀਆਂ ਜਨਮ ਸਾਖੀਆਂ ਦੀ ਪੜਚੋਲ ਕੀਤੀ ਹੈ ਅਤੇ ਗੁਰੂ ਨਾਨਕ ਦੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਦਾ ਨਕਸ਼ਾ ਤਿਆਰ ਕੀਤਾ ਹੈ। ਉਹਨਾਂ ਦੀ ਪੜਚੋਲ ਮੁਤਾਬਕ ਗੁਰੂ ਨਾਨਕ ਦੀਆਂ ਉਦਾਸੀਆਂ ਦਾ ਘੇਰਾ 9 ਇਲਾਕਿਆਂ ਵਿੱਚ ਫੈਲਿਆ ਹੋਇਆ ਹੈ: ਪਾਕਿਸਤਾਨ, ਇੰਡੀਆ, ਤਿੱਬਤ, ਬੰਗਲਾਦੇਸ਼, ਸ਼੍ਰੀਲੰਕਾ, ਸਾਊਦੀ ਅਰਬੀਆ, ਇਰਾਕ, ਈਰਾਨ ਅਤੇ ਅਫਗਾਨਿਸਤਾਨ। ਅਸੀਂ ਇਸ ਸਮੂਚੀ ਸੈਨਤ ਦਾ ਭੇਦ ਸਮਝਣ ਲਈ ਇਨ੍ਹਾਂ ਇਲਾਕਿਆਂ ਦਾ ਸਫ਼ਰ ਕਰ ਰਹੇ ਹਾਂ। ਗੁਰੂ ਨਾਨਕ ਦੀ ਜ਼ਿੰਦਗੀ ਅਤੇ ਉਹਨਾਂ ਦੇ ਮਕਸਦ ਦੀ ਥਾਪ ਪਾਉਣ ਦੇ ਇਰਾਦੇ ਨਾਲ ਅਸੀਂ ਪਾਕਿਸਤਾਨ ਵਿੱਚ ਉਹਨਾਂ ਦੇ ਜਨਮ ਅਸਥਾਨ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ। ਲਾਹੌਰ ਤੋਂ ਪੱਛਮ ਵਾਲੇ ਪਾਸੇ ਤਕਰੀਬਨ 80 ਕਿਲੋਮੀਟਰ ਦੂਰ ਰਾਏ ਪੋਹੇ ਦੀ ਤਲਵੰਡੀ ਹੈ, ਜੋ ਹੁਣ ਨਨਕਾਣਾ ਸਾਹਿਬ ਸਤੀਂਦਾ ਹੈ। ਅਸੀਂ ਇਸ ਵੇਲੇ ਨਨਕਾਣਾ ਸਾਹਿਬ ਪਹੁੰਚ ਗਏ ਹਾਂ। ਨਨਕਾਣਾ 2 ਲਫ਼ਜ਼ਾਂ ਦੇ ਜਮਾ ਜੋੜ ਨਾਲ ਬਣਿਆ ਹੈ, ਨਾਨਕ ਅਤੇ ਆਉਣਾ, ਮਤਲਬ ਨਾਨਕ ਦੀ ਆਮਦ। ਇਸ ਗ੍ਰਾਂ ਦਾ ਮੁੱਢ ਮੁਸਲਮਾਨ ਜਗੀਰਦਾਰ ਰਾਏ ਪੋਹੇ ਨੇ ਬੰਨਿਆ। ਹੁਣ ਇਹ ਖੇਤੀ ਵਾਲਾ ਖੁਸ਼ਹਾਲ ਇਲਾਕਾ ਹੈ। ਪਰ 15ਵੀਂ ਸਦੀ ਵਿੱਚ ਇੱਥੇ ਘਣਾ ਜੰਗਲ ਸੀ। ਰਿਆਸਤ ਦੇ ਅਸਰ ਤੋਂ ਬਾਹਰ ਘੁੱਗ ਵਸਦਾ ਗ੍ਰਾਂ ਉਸ ਦੌਰ ਦੀ ਸਿਆਸੀ ਅਤੇ ਮਜ਼ਹਬੀ ਉਥਲ-ਪੁਥਲ ਤੋਂ ਕੋਰਾ ਸੀ। ਗੁਰੂ ਨਾਨਕ ਦੇ ਵੇਲੇ ਰਾਏ ਬੁਲਾਰ ਇਸ ਇਲਾਕੇ ਦੇ ਮੁਹਤਬਰ ਸਨ। ਅਸੀਂ ਉਹਨਾਂ ਦੇ ਜੱਦ ਦੇ ਮੌਜੂਦਾ ਵਾਰਿਸਾਂ ਨੂੰ ਮਿਲਣ ਜਾ ਰਹੇ ਹਾਂ। ਸਲਾਮ ਭੱਟੀ ਸਾਹਿਬ। ਸਤਿ ਸ੍ਰੀ ਅਕਾਲ ਜੀ। ਰਾਏ ਸਲੀਮ ਭੱਟੀ ਜੀ। ਰਾਏ ਸਲੀਮ ਭੱਟੀ ਸਾਹਿਬ, ਤੁਸੀਂ ਗੁਰੂ ਨਾਨਕ ਨਾਲ ਆਪਣੇ ਪੁਰਖਿਆਂ ਦੇ ਰਾਬਤੇ ਬਾਬਤ ਦੱਸੋ। ਮੈਂ ਰਾਏ ਬੁਲਾਰ ਦੇ ਕੁਲ ਵਿੱਚੋਂ 19ਵੀਂ ਪੀੜ੍ਹੀ ਦਾ ਹਾਂ, ਜਿਨ੍ਹਾਂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਲਾਹੀ ਅੰਸ਼ ਪਛਾਣਿਆ। ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਵੇਲੇ ਰਾਏ ਬੁਲਾਰ ਭੱਟੀ ਇਸ ਇਲਾਕੇ ਦੇ ਜਾਗੀਰਦਾਰ ਸਨ। ਰਾਏ ਸਲੀਮ ਭੱਟੀ ਸਾਨੂੰ ਨਨਕਾਣੇ ਦੇ ਲਾਗੇ ਹੀ ਛੋਟੇ ਜਿਹੇ ਗ੍ਰਾਂ ਲੈ ਗਏ, ਜਿੱਥੇ ਬੀਤੇ ਦੌਰ ਦੀਆਂ ਗਵਾਹੀਆਂ ਮਿਲਦੀਆਂ ਹਨ। ਨਨਕਾਣਾ ਸਾਹਿਬ ਦਾ ਪੁਰਾਣਾ ਨਾਂ ਰਾਏ ਭੋਏ ਦੀ ਤਲਵੰਡੀ ਹੈ। ਬੇਸਿਕਲੀ ਹੁਣ ਜਿਹੜਾ ਅੱਜ ਦੇ ਦੌਰ ਦੇ ਵਿੱਚ ਇਸ ਇਲਾਕੇ ਦੇ ਪਿੰਡਾਂ ਦੇ ਮੁxtਲਿਫ ਨਾਂ ਹੈ, ਲੇਕਿਨ ਅਸੀਂ ਜਿੱਥੇ ਅੱਜ ਖਲੋਤੇ ਹੋਏ ਹਾਂ ਇਹਦਾ ਨਾਂ ਹੁਣ ਵੀ ਤਲਵੰਡੀ ਹੈ। ਇਹ ਛੋਟੀ ਜੀ ਥਾਂ ਦਾ ਨਾਂ ਅਜੇ ਵੀ ਤਲਵੰਡੀ ਹੈ। ਅਸੀਂ ਆਪਣੇ ਬਚਪਨ ਦੇ ਵਿੱਚ ਜਦੋਂ ਇੱਥੇ ਖੇਡਣ ਆਉਂਦੇ ਹੁੰਦੇ ਸੀ, ਇੱਥੇ ਟਿੱਬੇ ਹੁੰਦੇ ਸੀ। ਹੁਣ ਇਹ ਬੜਾ ਪੋਪੂਲੇਟਡ ਇਲਾਕਾ ਹੈ
ਔਰ ਇੱਥੇ ਜਦੋਂ ਬਾਰਿਸ਼ ਹੁੰਦੀ ਸੀ ਇੱਥੇ ਪੁਰਾਣੇ ਜ਼ਮਾਨੇ ਦੇ ਸਿੱਕੇ ਨਿਕਲਦੇ ਹੁੰਦੇ ਸੀ। ਤਲਵੰਡੀ ਵਿੱਚ 15 ਅਪ੍ਰੈਲ 1469 ਨੂੰ ਗੁਰੂ ਨਾਨਕ ਦਾ ਜਨਮ ਮਾਤਾ ਤ੍ਰਿਪਤਾ ਦੀ ਕੁੱਖੋਂ ਮਹਿਤਾ ਕਾਲੂ ਦੇ ਘਰ ਹੋਇਆ, ਜਿਨ੍ਹਾਂ ਦਾ ਅਸਲ ਨਾਮ ਕਲਿਆਣ ਦਾਸ ਬੇਦੀ ਸੀ। ਪਿਤਾ ਜੀ ਮਾਲ ਮਹਿਕਮੇ ਵਿੱਚ ਮੁਲਾਜ਼ਮ ਸਨ। उठी आखिर सदा तौहीद की पंजाब से हिंद को एक मर्द कामिल ने जगाया ख्वाब से। ਨਨਕਾਣਾ ਸਾਹਿਬ ਵਿੱਚ ਕਈ ਗੁਰਦੁਆਰੇ ਹਨ, ਪਰ ਸਭ ਤੋਂ ਅਹਿਮ ਗੁਰਦੁਆਰਾ ਜਨਮ ਸਥਾਨ ਹੈ, ਜੋ ਪਹਿਲਾਂ ਕਾਲੂ ਦਾ ਕੋਠਾ ਸਦੀਂਦਾ ਸੀ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ। ਇਹ ਗੁਰਦੁਆਰਾ ਗੁਰੂ ਨਾਨਕ ਦਾ ਜਨਮ ਸਥਾਨ ਹੈ। 1947 ਦੀ ਵੰਡ ਰਾਹੀਂ ਇਸ ਖਿੱਤੇ ਨੂੰ 2 ਮੁਲਕਾਂ ਇੰਡੀਆ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾ ਗਿਆ। ਮਜ਼ਹਬ ਦੀ ਬੁਨਿਆਦ ਉੱਤੇ ਹੋਈ ਹਿਜਰਤ ਕਾਰਨ ਨਨਕਾਣਾ ਵਿਖੇ ਗੁਰੂ ਨਾਨਕ ਦੀ ਨਾਮ ਲੇਵਾ ਸੰਗਤ ਦੀ ਟੋਟ ਪੈ ਗਈ। ਉੱਨੀ ਸੌ 70 ਦੇ ਦਹਾਕੇ ਵਿੱਚ ਪਾਕਿਸਤਾਨ ਦੇ ਉੱਤਰੀ ਪੱਛਮ ਇਲਾਕੇ ਦੀ ਸਿੱਖ ਸੰਗਤ ਨੇ ਨਨਕਾਣਾ ਵਿੱਚ ਕਿਆਮ ਸ਼ੁਰੂ ਕੀਤਾ। ਹੁਣ ਇਸ ਸ਼ਹਿਰ ਵਿੱਚ ਪਸ਼ਤੂਨ ਪਿਛੋਕੜ ਵਾਲੇ ਕਾਫੀ ਸਿੱਖ ਆਬਾਦ ਹਨ। ਜਨਮ ਸਾਖੀਆਂ ਵਿੱਚ ਦਰਜ ਹੈ ਕਿ ਪੰਡਿਤ ਹਰਦਿਆਲ ਨੇ ਭਵਿੱਖਬਾਣੀ ਕੀਤੀ ਸੀ ਕਿ ਗੁਰੂ ਨਾਨਕ ਹਿੰਦੂਆਂ ਅਤੇ ਮੁਸਲਮਾਨਾਂ ਦੇ ਰਹਿਬਰ ਹੋਣਗੇ। ਸਮੇਂ ਦੇ ਨਾਲ ਉਹ ਤਾਂ ਸਮੁੱਚੀ ਮਨੁੱਖਤਾ ਦੇ ਰਹਿਬਰ ਹੋ ਨਿਬੜੇ। ਇਸੇ ਲਈ ਤਾਂ ਕਿਹਾ ਗਿਆ ਹੈ, ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ। ਗੁਰੂ ਨਾਨਕ 2 ਭੈਣ ਭਰਾਵਾਂ ਵਿੱਚੋਂ ਛੋਟੇ ਸਨ। ਉਹਨਾਂ ਦੀ ਵੱਡੀ ਭੈਣ ਬੇਬੇ ਨਾਨਕੀ ਸੀ। 15ਵੀਂ ਸਦੀ ਬੇਅਮਨੀ ਦਾ ਦੌਰ ਸੀ। ਸਮਾਜ ਵਿੱਚ ਜਾਤਾਂ ਦੀ ਵੰਡ ਸੀ, ਕਰਮਕਾਂਡ ਸਨ, ਤਸ਼ੱਦਦ ਸੀ ਅਤੇ ਰੁਤਬਿਆਂ ਦਾ ਗਲਬਾ ਸੀ। ਮਜ਼ਹਬ ਦੇ ਅਲੰਬਰਦਾਰ ਕਰਮਕਾਂਡ ਅਤੇ ਕੱਟੜਤਾ ਦੇ ਨਾਮ ਹੇਠ ਨਿਮਾਣਿਆਂ ਉੱਤੇ ਜ਼ਬਰ ਢਾ ਰਹੇ ਸਨ। ਗੁਰੂ ਨਾਨਕ ਦੇ ਜਨਮ ਤੋਂ ਪਹਿਲਾਂ ਲੰਮੇ ਸਮੇਂ ਤੋਂ ਸਿੰਧੂ ਦਰਿਆ ਦੇ ਇਲਾਕੇ ਵਿੱਚ ਸਿਆਸੀ ਬਦਅਮਨੀ ਫੈਲੀ ਹੋਈ ਸੀ। ਮੱਧ ਏਸ਼ੀਆ ਦੇ ਹਮਲਾਵਰ ਲਗਾਤਾਰ ਹਮਲੇ ਕਰ ਰਹੇ ਸਨ। ਉਨ੍ਹਾਂ ਹਾਲਾਤਾਂ ਵਿੱਚ ਸਿੰਧੂ ਦਰਿਆ ਦੇ ਇਲਾਕੇ ਦੇ ਬਾਸ਼ਿੰਦੇ ਬੇਅਖਤਿਆਰ ਸਨ। ਨਾ ਖਿਆਲਾਂ ਦੀ ਆਜ਼ਾਦੀ ਸੀ ਅਤੇ ਨਾ ਹੀ ਅਕੀਦਿਆਂ ਦੀ। ਅਜਿਹੇ ਹਾਲਾਤ ਵਿੱਚ ਗੁਰੂ ਨਾਨਕ ਨੇ ਇਨਕਲਾਬੀ ਲੋਹ ਨਾਲ ਆਵਾਮ ਨੂੰ ਰੋਸ਼ਨ ਕੀਤਾ ਅਤੇ ਸਮਾਜ ਦੇ ਪੈਰੀ ਪਈਆਂ ਬੇੜੀਆਂ ਤੋੜੀਆਂ। ਗੁਰਦੁਆਰਾ ਜਨਮ ਸਥਾਨ ਦੇ ਲਾਗੇ ਹੋਰ ਵੀ ਗੁਰਦੁਆਰੇ ਹਨ, ਜਿਨ੍ਹਾਂ ਦਾ ਪਿਛੋਕੜ ਗੁਰੂ ਨਾਨਕ ਦੇ ਬਚਪਨ ਨਾਲ ਜੁੜਦਾ ਹੈ। ਅਸੀਂ ਗੁਰਦੁਆਰਾ ਬਾਲ ਲੀਲਾ ਜਾ ਰਹੇ ਹਾਂ, ਜਿੱਥੇ ਗੁਰੂ ਨਾਨਕ ਆਪਣੇ ਸਾਥੀਆਂ ਨਾਲ ਖੇਡਿਆ ਕਰਦੇ ਸਨ।
It is written in the Janam Sakhi ਜਨਮ ਸਾਖੀਆਂ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਬਚਪਨ ਵਿੱਚ ਸ਼ਾਂਤ ਚਿੱਤ ਅਤੇ ਰੂਹਾਨੀ ਸੁਭਾਅ ਦੇ ਮਾਲਕ ਸਨ। ਜਿਸ ਉਮਰ ਵਿੱਚ ਬੱਚੇ ਦੁਨਿਆਵੀ ਖੇਡਾਂ ਖੇਡਦੇ ਹਨ, ਗੁਰੂ ਨਾਨਕ ਉਸ ਉਮਰ ਵਿੱਚ ਰੂਹਾਨੀ ਸੰਵਾਦ ਵਿੱਚ ਰੁੱਝੇ ਹੋਏ ਸਨ। ਮਿਸਾਲ ਵਜੋਂ ਉਹਨਾਂ ਨੇ ਰਾਗ ਸੂਹੀ ਵਿੱਚ ਫਰਮਾਇਆ ਹੈ, He has said, ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਹਾਰਾ। ਇਸ ਰਮਜ਼ ਵਾਲੇ ਸ਼ਬਦ ਵਿੱਚ ਉਹਨਾਂ ਦੁਨਿਆਵੀ ਖੇਡ ਦਾ ਭੇਦ ਖੋਲਿਆ ਹੈ, ਸੱਚ ਅਤੇ ਸਿਰਜਣਹਾਰੇ ਦੀ ਕਿਰਤ। ਦੁਨਿਆਵੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮਨੁੱਖ ਨੂੰ ਨਫਸ ਅਤੇ ਪਦਾਰਥ ਦੀ ਦੌੜ ਵਿੱਚ ਗੁਆਚ ਨਹੀਂ ਜਾਣਾ ਚਾਹੀਦਾ। ਗੁਰੂ ਨਾਨਕ ਆਖਦੇ ਹਨ ਕਿ ਜੀਵਨ ਦਾ ਟੀਚਾ ਅਜਿਹੇ ਗਿਆਨ ਦੀ ਪ੍ਰਾਪਤੀ ਹੈ ਜੋ ਮਨੁੱਖ ਨੂੰ ਨੇਕੀ ਦੇ ਰਾਹ ਪਾਵੇ। ਜਦੋਂ ਗੁਰੂ ਨਾਨਕ 7 ਸਾਲਾਂ ਦੇ ਸਨ ਤਾਂ ਮਹਿਤਾ ਕਾਲੂ ਨੇ ਫੈਸਲਾ ਕੀਤਾ ਕਿ ਉਹ ਰਸਮੀ ਇਲਮ ਹਾਸਲ ਕਰਨ। ਅਸੀਂ ਹੁਣ ਗੁਰਦੁਆਰਾ ਪੱਟੀ ਸਾਹਿਬ ਪਹੁੰਚੇ ਹਾਂ। ਇਹ ਗੁਰਦੁਆਰਾ ਉਸ ਅਸਥਾਨ ਉੱਤੇ ਬਣਿਆ ਹੈ ਜਿੱਥੇ ਗੁਰੂ ਨਾਨਕ ਨੇ ਮੁੱਢਲੀ ਸਿੱਖਿਆ ਹਾਸਲ ਕੀਤੀ। ਗੁਰੂ ਨਾਨਕ ਦੇ ਪਿਤਾ ਜੀ ਨੇ ਉਹਨਾਂ ਨੂੰ ਪੜ੍ਹਨ ਲਈ ਪੰਡਿਤ ਬ੍ਰਿਜਨਾਥ ਕੋਲ ਭੇਜਿਆ। ਉਹਨਾਂ ਦੀ ਰਹਿਨੁਮਾਈ ਵਿੱਚ ਬਾਲ ਨਾਨਕ ਨੇ ਹਿੰਦ ਇਲਾਕੇ ਦੇ ਫਲਸਫਿਆਂ, ਸੰਸਕ੍ਰਿਤ ਅਤੇ ਲੰਡੇ ਦੀ ਸਿੱਖਿਆ ਹਾਸਲ ਕੀਤੀ। ਬਾਅਦ ਵਿੱਚ ਮਹਿਤਾ ਕਾਲੂ ਨੇ ਮੌਲਵੀ ਕੁਤੁਬਉਦੀਨ ਨੂੰ ਗੁਰੂ ਨਾਨਕ ਨੂੰ ਫਾਰਸੀ ਸਿਖਾਉਣ ਦੀ ਬੇਨਤੀ ਕੀਤੀ, ਜੋ ਹੁਕਮਰਾਨਾਂ ਦੀ ਬੋਲੀ ਸੀ। ਮੌਲਵੀ ਸਾਹਿਬ ਨੇ ਉਹਨਾਂ ਨੂੰ ਹਿਜਾਜ਼ੀ ਵੀ ਸਿਖਾਈ, ਜਿਸ ਨੂੰ ਅਰਬੀ ਕਹਿੰਦੇ ਹਨ, ਅਤੇ ਇਸੇ ਵਿੱਚ ਕੁਰਾਨ ਸਮੇਤ ਇਸਲਾਮੀ ਸਾਹਿਤ ਦੀ ਸਿਰਜਣਾ ਹੋਈ ਹੈ। ਬਚਪਨ ਵਿੱਚ ਹੀ ਗੁਰੂ ਨਾਨਕ ਆਪਣੇ ਖਿੱਤੇ ਦੇ ਦੋਵੇਂ ਧਰਮਾਂ ਹਿੰਦੂ ਅਤੇ ਇਸਲਾਮ ਦੀਆਂ ਬੁਨਿਆਦੀ ਧਾਰਨਾਵਾਂ ਤੋਂ ਜਾਣੂ ਹੋ ਗਏ। ਇਸ ਸਥਾਨ ਉੱਤੇ ਖੜੇ ਹੋ ਕੇ ਮੈਨੂੰ ਗੁਰੂ ਨਾਨਕ ਦੇ ਰਾਗ ਆਸਾ ਵਿੱਚ ਦਰਜ ਪੱਟੀ ਲਿਖੀ ਸ਼ਬਦ ਦਾ ਅਹਿਸਾਸ ਹੋ ਰਿਹਾ ਹੈ, ਜਿਸ ਵਿੱਚ ਉਹਨਾਂ ਨੇ ਹਰ ਹਰਫ ਨੂੰ ਰੂਹਾਨੀਅਤ ਨਾਲ ਜੋੜਿਆ ਹੈ। ਉਹਨਾਂ ਨੇ ਲੰਡਾ ਦੇ ਸੱਸੇ ਬਾਰੇ ਲਿਖਿਆ ਹੈ, He says for the letter Sassa, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਪਾਇਆ सेवत रह चित जिनका लगाया तिनका सफल भया मन काहे भूले मूड मना जब लेखा देवे बीरा तो पढ़या ਉਸਤਾਦ ਲਈ ਸੱਸਾ ਮਹਿਜ਼ ਇੱਕ ਧੁਨ ਸੀ, ਪਰ ਗੁਰੂ ਨਾਨਕ ਨੇ ਇਸ ਹਵਾਲੇ ਨਾਲ ਉਸ ਨੂੰ ਵਰਸਾਇਆ ਅਤੇ ਦੱਸਿਆ ਕਿ ਸਮੂਚੀ ਕਾਇਨਾਤ ਦਾ ਸਿਰਜਣਹਾਰਾ ਇੱਕ ਹੈ। ਉਹਨਾਂ ਨੇ ਹਰਫਾਂ ਦੀ ਸਾਦਗੀ ਨਾਲ ਵਹਿਦਤ ਦੀ ਵਿਆਖਿਆ ਕੀਤੀ। ਉਸ ਸਰਬ ਸ਼ਕਤੀਮਾਨ ਦੇ ਅੰਸ਼ ਵਜੋਂ ਅਸੀਂ ਸਭ ਬਰਾਬਰ ਹਾਂ। ਵਿਤਕਰਾ ਹਉਮੈ ਵਿੱਚੋਂ ਜਨਮ ਲੈਂਦਾ ਹੈ। ਇਸ ਸੱਚ ਦੀ ਥਾਂ ਪਾਉਣ ਵਾਲਾ ਹੀ ਸੱਚਾ ਗਿਆਨੀ ਹੈ। ਗੁਰੂ ਨਾਨਕ ਨੇ ਕਰਮ ਕਾਂਡ ਨਾਲ ਜੁੜੇ ਅਮਲਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ। ਉਹਨਾਂ ਨੇ ਬਚਪਨ ਤੋਂ ਹੀ ਬੁਨਿਆਦੀ ਮਨੁੱਖੀ ਗੁਣਾਂ ਦੇ ਨਿਗਾਰ ਦਾ ਕਾਰਨ ਬਣਨ ਵਾਲੀਆਂ ਸਮਾਜਿਕ ਅਤੇ ਮਜ਼ਹਬੀ ਰਵਾਇਤਾਂ ਨੂੰ ਸਵਾਲ ਕੀਤੇ। ਜਦੋਂ ਉਮਰ ਹੋਈ ਤਾਂ ਗੁਰੂ ਨਾਨਕ ਦੇ ਮਾਪਿਆਂ ਨੇ ਯੋਗਨਾ ਪਵਿੱਤ ਦਾ ਫੈਸਲਾ ਕੀਤਾ। ਇਸ ਮਜ਼ਹਬੀ ਦਸਤੂਰ ਤਹਿਤ ਉੱਚੀ ਜਾਤ ਦੇ ਮੁੰਡਿਆਂ ਨੂੰ ਜਨੇਊ ਧਾਰਨ ਕਰਵਾਇਆ ਜਾਂਦਾ ਸੀ। ਗੁਰੂ ਨਾਨਕ ਬਹੁਤ ਜਗਿਆਸੂ ਬਾਲ ਸਨ। ਉਹਨਾਂ ਆਪਣੀ ਭੈਣ ਬੇਬੇ ਨਾਨਕੀ ਨੂੰ ਪੁੱਛਿਆ
ਕਿ ਉਹਨਾਂ ਜਨੇਊ ਪਾਇਆ ਹੈ ਜਾਂ ਨਹੀਂ। ਜਵਾਬ ਮਿਲਿਆ ਕਿ ਜਨੇਊ ਉੱਚੀਆਂ ਜਾਤਾਂ ਦੇ ਮਰਦ ਹੀ ਪਹਿਨਦੇ ਹਨ। ਹੈਰਾਨ ਪਰੇਸ਼ਾਨ ਹੋਏ ਗੁਰੂ ਨਾਨਕ ਨੇ ਜਾ ਕੇ ਪੰਡਿਤ ਨੂੰ ਸਵਾਲ ਕੀਤਾ ਕਿ ਜਨੇਊ ਦਾ ਮਕਸਦ ਕੀ ਹੈ। ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਤਾਂ ਗੁਰੂ ਨਾਨਕ ਨੇ ਆਪ ਵਿਚਾਰ ਕੀਤਾ। ਸਮਾਜ ਵਿੱਚ ਜਾਤ ਅਤੇ ਲਿੰਗ ਦੇ ਆਧਾਰ ਉੱਤੇ ਹੁੰਦਾ ਵਿਤਕਰਾ ਬੇਪਰਦ ਹੋਇਆ ਤਾਂ ਉਹਨਾਂ ਨੇ ਇਸ ਸ਼ਬਦ ਦਾ ਉਚਾਰਨ ਕੀਤਾ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਖਤ ਨਾ ਇਹੋ ਟੁੱਟੇ ਨਾ ਮਨ ਲਗੇ ਨਾ ਇਹੋ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਗੁਰੂ ਨਾਨਕ ਨੇ ਪਾਂਡੇ ਕੋਲ ਅਜਿਹੇ ਜਨੇਊ ਦੀ ਮੰਗ ਕੀਤੀ ਜੋ ਸਦਾ ਪਵਿੱਤਰ ਰਹੇ, ਕਪਾਹ ਦੀ ਥਾਂ ਦਇਆ ਦਾ ਬਣਿਆ ਹੋਵੇ, ਬੁਣਤੀ ਸਬਰ ਦੇ ਧਾਗੇ ਵਿੱਚ ਹੋਵੇ, ਇੰਦਰੀਆਂ ਉੱਤੇ ਕਾਬੂ ਦੀ ਗੰਢ ਅਤੇ ਸੱਚ ਦਾ ਵੱਟ ਚੜਿਆ ਹੋਵੇ। ਉਹਨਾਂ ਨੇ ਦਿਖਾਵੇ ਦੀ ਥਾਂ ਮਨੁੱਖੀ ਗੁਣਾਂ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਤਗ ਨਾ ਇੰਦਰੀ ਤਗ ਨਾ ਨਾਰੀ ਪਲ ਕੇ ਥੁਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਕੋਈ ਤਾਗਾ ਮਨੁੱਖੀ ਨਫਸ ਅਤੇ ਹਵਸ ਨੂੰ ਬੰਨ ਨਹੀਂ ਮਾਰ ਸਕਦਾ। ਉਹਨਾਂ ਨੇ ਪੁਰਜ਼ੋਰ ਸਵਾਲ ਕੀਤਾ ਕਿ ਸਿਰਫ ਮਜ਼ਹਬੀ ਚੋਗੇ ਪਾ ਕੇ ਕੋਈ ਮਹਾਤਮਾ ਕਿਵੇਂ ਬਣ ਸਕਦਾ ਹੈ। ਉਹਨਾਂ ਨੇ ਅਮਲਾਂ, ਗੁਣਾਂ ਅਤੇ ਕਾਬਲੀਅਤ ਨੂੰ ਨਜ਼ਰ ਅੰਦਾਜ਼ ਕਰਕੇ ਜਨਮ ਅਤੇ ਲਿੰਗ ਦੀ ਬੁਨਿਆਦ ਉੱਤੇ ਬਣੇ ਸਮਾਜਿਕ ਅਤੇ ਮਜ਼ਹਬੀ ਦਸਤੂਰ ਦੀ ਮੁਖਾਲਫਤ ਕੀਤੀ, ਕਿਉਂਕਿ ਇਹ ਦਸਤੂਰ ਮਨੁੱਖ ਦੇ ਆਪਣੇ ਹੀ ਸੰਗੀਆਂ ਦੀ ਮਾਣ ਸਨਮਾਨ ਦਾ ਘਾਣ ਕਰਦੇ ਸਨ। ਗੁਰੂ ਨਾਨਕ ਬਚਪਨ ਤੋਂ ਹੀ ਦੁਨਿਆਵੀ ਸਰਗਰਮੀ ਦੀ ਥਾਂ ਰੂਹਾਨੀ ਜੀਆਂ ਦੀ ਸੰਗਤ ਪਸੰਦ ਕਰਦੇ ਸਨ। ਦੁਨਿਆਵੀ ਕੰਮਾਂ ਨਾਲ ਬੇਲਾਗਤਾ ਕਾਰਨ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਮੱਝਾਂ ਚਰਾਉਣ ਦੀ ਜ਼ਿੰਮੇਵਾਰੀ ਦਿੱਤੀ। ਇਹ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ। ਰਾਏ ਸਲੀਮ ਭੱਟੀ ਨੇ ਸਾਨੂੰ ਆਪਣੇ ਪੁਰਖੇ ਰਾਏ ਬੁਲਾਰ ਭੱਟੀ ਦੇ ਖੇਤਾਂ ਵਾਲੀਆਂ ਥਾਵਾਂ ਦਿਖਾਈਆਂ। ਸੀਨਾ ਬਸੀਨਾ ਤੁਰੀ ਆਉਂਦੀ ਰੀਤ ਦੱਸਦੀ ਹੈ ਕਿ ਗੁਰੂ ਨਾਨਕ ਇਸੇ ਇਲਾਕੇ ਵਿੱਚ ਮੱਝੀਆਂ ਚਰਾਉਂਦੇ ਸਨ। ਇਹ ਥਾਂ ਕਿਆਰਾ ਸਾਹਿਬ ਹੈ। ਇੱਥੇ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਝਾਂ ਚਰਾਉਂਦੇ ਸਨ। ਇੱਕ ਦਿਨ ਗੁਰੂ ਨਾਨਕ ਆਪਣੀ ਸੋਚ ਵਿੱਚ ਲੀਨ ਸਨ ਤਾਂ ਉਹਨਾਂ ਦੇ ਪਸ਼ੂ ਫਸਲਾਂ ਵਿੱਚ ਵੜ ਗਏ। ਗੁਰੂ ਨਾਨਕ ਦੇ ਪਸ਼ੂਆਂ ਨੂੰ ਦੇਖ ਕੇ ਕਿਸਾਨ ਨੇ ਅੰਦਾਜ਼ਾ ਲਗਾਇਆ ਕਿ ਖੇਤ ਵਿੱਚ ਉਜਾੜਾ ਹੋਵੇਗਾ। ਗੁੱਸੇ ਵਿੱਚ ਆਏ ਕਿਸਾਨ ਨੇ ਨੌਜਵਾਨ ਨਾਨਕ ਦੀ ਲਾਪਰਵਾਹੀ ਬਾਰੇ ਸ਼ਿਕਾਇਤ ਕੀਤੀ। ਜਦੋਂ ਮੁਲਾਜ਼ਮਾਂ ਨੇ ਪੜਤਾਲ ਕੀਤੀ ਤਾਂ ਫਸਲਾਂ ਦਾ ਕੋਈ ਖਰਾਬਾ ਨਹੀਂ ਹੋਇਆ ਸੀ।
ਜਜ਼ਬਾਤ ਬੰਦੇ ਦੇ ਕੰਮ ਉੱਤੇ ਭਾਰੂ ਪੈਂਦੇ ਹਨ। ਗੁੱਸੇ ਅਤੇ ਲਾਲਚ ਵਿੱਚ ਭਰੇ ਕਿਸਾਨ ਨੇ ਮਨ ਘੜਤ ਇਲਜ਼ਾਮ ਲਗਾ ਦਿੱਤੇ। ਕਿਸਾਨ ਦੀ ਦੋ ਚਿੱਤੀ ਅਤੇ ਪਛਤਾਵੇ ਨੂੰ ਗੁਰੂ ਨਾਨਕ ਨੇ ਹਮਦਰਦੀ ਨਾਲ ਹੁੰਗਾਰਾ ਦਿੱਤਾ ਅਤੇ ਉਸ ਨੂੰ ਨੇਕ ਜ਼ਿੰਦਗੀ ਜਿਉਣ ਦੀ ਬਾ ਮੁਹਾਵਰਾ ਮਿਸਾਲ ਦਿੱਤੀ। ਤ੍ਰੈਗਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ਸਚੈ ਸਰ ਮੈਂ ਬਾਰੇ ਅਗੈ ਲਹਿ ਨਾ ਦਾਦ ਅਕਲ ਨਾ ਖੀਐ ਅਕਲ ਗਵਾਏ ਬਾਦ। ਜਿਵੇਂ ਉਜੜੀਆਂ ਫਸਲਾਂ ਦੀ ਚੰਗੀ ਪੈਦਾਵਾਰ ਨਹੀਂ ਹੋ ਸਕਦੀ, ਉਸੇ ਤਰ੍ਹਾਂ ਕਲੇਸ਼, ਈਰਖਾ ਅਤੇ ਗੁੱਸੇ ਉੱਤੇ ਸਵਾਰ ਮਨੁੱਖ ਆਨੰਦ ਭਰਪੂਰ ਜ਼ਿੰਦਗੀ ਨਹੀਂ ਜਿਉ ਸਕਦਾ। ਰਾਏ ਸਲੀਮ ਪੱਟੀ ਸਾਨੂੰ ਇਸ ਤੋਂ ਬਾਅਦ ਗੁਰਦੁਆਰਾ ਮਲਜੀ ਸਾਹਿਬ ਲੈ ਗਏ। ਇੱਕ ਦਫਾ ਇੱਥੋਂ ਰਾਏ ਬੁਲਾਰ ਜੀ ਗੁਜ਼ਰ ਰਹੇ ਸਨ ਤੇ ਉਹਨਾਂ ਦੇਖਿਆ ਕਿ ਇਸ ਦਰਖਤ ਦੇ ਥੱਲੇ ਬਾਬਾ ਗੁਰੂ ਨਾਨਕ ਦੇਵ ਜੀ, ਜੋ ਕਿ ਉਸ ਜ਼ਮਾਨੇ 'ਚ ਬਹੁਤ ਛੋਟੇ ਸਨ, ਸੁੱਤੇ ਪਏ ਨੇ ਔਰ ਸੱਪ ਨੇ ਆਪਣਾ ਫਨ ਖਿਲਾਰ ਕੇ ਉਹਨੂੰ ਛਾਂ ਦਿੱਤੀ ਹੋਈ ਹੈ। ਰਾਏ ਬੁਲਾਰ ਜੀ ਨੇ ਮਹਿਸੂਸ ਕੀਤਾ ਕਿ ਇਹ ਕੋਈ ਬੱਚਾ ਆਮ ਬੱਚਾ ਨਹੀਂ, ਇਹਦੇ ਵਿੱਚ ਰੂਹਾਨੀਅਤ ਪਾਈ ਜਾਂਦੀ ਹੈ। ਰਾਏ ਬੁਲਾਰ ਸਾਹਿਬ ਨੇ ਉੱਥੇ ਹੀ ਆਪਣਾ ਅੱਧਾ ਰਕਬਾ, ਜੋ ਕਿ 750 ਮੁਰੱਬਾ ਹੈ, ਉਹਨਾਂ ਦੇ ਨਾਂ ਕਰ ਦਿੱਤਾ। ਇਹ ਨਨਕਾਣਾ ਪੂਰਾ ਅੱਜ ਉਸ ਜ਼ਮੀਨ ਦੇ ਉੱਤੇ ਵਸਦਾ ਹੈ। ਮੈਂ ਕਈ ਵਾਰ ਜਨਮ ਸਾਖੀਆਂ ਵਿੱਚ ਦਰਜ ਕੁਝ ਵਾਕਿਆਤ ਬਾਰੇ ਵਿਚਾਰ ਕਰਦਾ ਹਾਂ, ਜਿਨ੍ਹਾਂ ਵਿੱਚ ਦਰਖਤ ਦੀ ਛਾਂ ਦੇ ਥਾਏ ਰਹਿਣ ਅਤੇ ਸੁੱਤੇ ਬਾਲ ਨਾਨਕ ਉੱਤੇ ਸਭ ਦੇ ਛਾਂ ਕਰਨ ਵਾਲੇ ਵਾਕਿਆਤ ਹਨ। ਤੂੰ ਸਭ ਨਾਮਾਏ ਸਮਾਇਆ ਤੈਨ ਕਰਤੇ ਆਪ ਲੋਕਾਇਆ। ਮਨੁੱਖਾ ਬੋਲੀ ਦੇ ਘੇਰੇ ਵਿੱਚ ਆਉਣ ਤੋਂ ਇਨਕਾਰੀ ਰੁਝਾਨ ਦੇ ਬਿਰਤਾਂਤ ਕਬੂਲ ਹੋਣ ਜਾਂ ਨਾ ਮਨਜ਼ੂਰ, ਪਰ ਇਹ ਬੇਹੱਦ ਪੇਚੀਦਾ ਮਾਮਲਾ ਹੈ। ਸ਼ਰਧਾ ਦੇ ਘੇਰੇ ਵਿੱਚ ਲੰਮਾ ਸਮਾਂ ਗੁਜ਼ਾਰਨ ਤੋਂ ਬਾਅਦ ਇਨ੍ਹਾਂ ਕੌਤਕੀ ਚਮਤਕਾਰਾਂ ਦੀਆਂ ਜੜ੍ਹਾਂ ਡੂੰਘੀਆਂ ਹੋ ਜਾਂਦੀਆਂ ਹਨ ਅਤੇ ਇਹ ਫਲਸਫੇ ਉੱਤੇ ਭਾਰੂ ਪੈਂਦੇ ਹਨ। ਗੁਰੂ ਨਾਨਕ ਨੇ ਆਪਣੀ ਬਾਣੀ ਵਿੱਚ ਇਹ ਸੱਚ ਉਜਾਗਰ ਕੀਤਾ ਕਿ ਸਿਰਜਣਹਾਰ ਆਪਣੀ ਸਿਰਜਣਾ ਵਿੱਚ ਵਿਰਾਜਮਾਨ ਹੈ, ਜੋ ਇੱਕੋ ਕਾਇਨਾਤੀ ਵਿਵਸਥਾ ਹੈ। ਮੇਰੀ ਨਿਮਾਣੀ ਸਮਝ ਮੁਤਾਬਕ ਸਿਰਜਣਹਾਰ ਕਈ ਕੌਤਕ ਵਰਤ ਸਕਦੇ ਹਨ ਜੋ ਇਨਸਾਨੀ ਸਮਝ ਤੋਂ ਬਾਹਰ ਹੁੰਦੇ ਹਨ। ਇਸ ਲਈ ਮੈਂ ਆਪਣਾ ਘੇਰਾ ਕੌਤਕੀ ਚਮਤਕਾਰਾਂ ਦੀ ਥਾਂ ਗੁਰੂ ਨਾਨਕ ਦੇ ਹਾਜ਼ਰਾ ਜ਼ਹੂਰ ਫਲਸਫੇ ਤੱਕ ਰੱਖਿਆ ਹੈ। ਗੁਰੂ ਨਾਨਕ ਦੀ ਦੁਨਿਆਵੀ ਕੰਮਾਂ ਵਿੱਚ ਬੇਲਾਗਤਾ ਕਾਰਨ ਚਿੰਤਤ ਮਾਪਿਆਂ ਨੇ ਸੋਚਿਆ ਕਿ ਸ਼ਾਇਦ ਵਿਆਹ ਕਰਵਾਉਣ ਤੋਂ ਬਾਅਦ ਉਹਨਾਂ ਦਾ ਰੁਖ ਬਦਲ ਜਾਵੇਗਾ। 16 ਸਾਲ ਦੀ ਉਮਰ ਵਿੱਚ ਯੋਗ ਕੰਨਿਆ ਦੀ ਭਾਲ ਸ਼ੁਰੂ ਹੋਈ। ਇਸ ਕੱਚੀ ਉਮਰੇ ਉਹਨਾਂ ਦਾ ਸਾਕ ਮੂਲਾ ਖੱਤਰੀ ਅਤੇ ਚੰਦੋ ਰਾਣੀ ਦੀ ਧੀ ਘੁੰਮੀ ਨਾਲ ਕਰ ਦਿੱਤਾ ਗਿਆ। ਦੋਵਾਂ ਮਾਪਿਆਂ ਦੀ ਹਾਜ਼ਰੀ ਵਿੱਚ ਵਿਆਹ ਦੀਆਂ ਰਸਮਾਂ ਬਟਾਲਾ ਵਿੱਚ ਹੋਈਆਂ, ਜੋ ਹੁਣ ਇੰਡੀਆ ਦੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਹੈ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਪਾਕਿਸਤਾਨ ਦੀ ਸਰਹੱਦ ਕੁਝ ਤਹਿ ਨਾਕਿਆਂ ਤੋਂ ਹੀ ਪਾਰ ਕੀਤੀ ਜਾ ਸਕਦੀ ਹੈ। ਇਸ ਲਈ ਅਸੀਂ ਵਾਘਾ ਨਾਕੇ ਰਾਹੀਂ ਪਾਕਿਸਤਾਨ ਤੋਂ ਇੰਡੀਆ
ਅਤੇ ਅੱਗੇ ਬਟਾਲਾ ਜਾ ਰਹੇ ਹਾਂ। ਬਟਾਲਾ ਦੇ ਅੰਦਰੂਨ ਸ਼ਹਿਰ ਵਿੱਚ ਅਸੀਂ ਗੁਰਦੁਆਰਾ ਡੇਰਾ ਸਾਹਿਬ ਪਹੁੰਚੇ ਹਾਂ। ਇਸ ਸਥਾਨ ਉੱਤੇ ਗੁਰੂ ਨਾਨਕ ਦਾ ਵਿਆਹ ਕੌਮੀ ਨਾਲ ਹੋਇਆ ਸੀ, ਜਿਨ੍ਹਾਂ ਨੂੰ ਪਿਆਰ ਨਾਲ ਸੁਲੱਖਣੀ ਬੁਲਾਉਂਦੇ ਸਨ। ਮੰਨਿਆ ਜਾਂਦਾ ਹੈ ਕਿ ਇਸ ਸਥਾਨ ਉੱਤੇ ਮੂਲਾ ਖੱਤਰੀ ਦਾ ਘਰ ਸੀ। ਕੁਝ ਫਰਲਾਂਗ ਦੇ ਫਰਕ ਨਾਲ ਗੁਰਦੁਆਰਾ ਕੰਧ ਸਾਹਿਬ ਹੈ। ਇਸ ਸਥਾਨ ਉੱਤੇ ਬਾਰਾਤ ਦਾ ਉਤਾਰਾ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਇਹ ਕੰਧ ਸ਼ਾਇਦ ਉਸੇ ਇਮਾਰਤ ਦੀ ਰਹਿੰਦ ਹੈ ਜਿਸ ਵਿੱਚ ਬਾਰਾਤ ਦਾ ਉਤਾਰਾ ਹੋਇਆ ਸੀ। ਵਿਆਹ ਤੋਂ ਬਾਅਦ ਮਾਤਾ ਸੁਲੱਖਣੀ ਦਾ ਡੋਲਾ ਲੈ ਕੇ ਗੁਰੂ ਨਾਨਕ ਰਾਏ ਭੋਏ ਦੀ ਤਲਵੰਡੀ ਆ ਗਏ, ਜਿਸ ਦਾ ਮੌਜੂਦਾ ਨਾਮ ਨਨਕਾਣਾ ਸਾਹਿਬ ਹੈ। मैडा मन रता अपने पेर नाल हों गोल घुमाए खड़िए कीती एक पोरी नदर निहाल। ਦੋ ਜੀਆਂ ਦਾ ਵਿਆਹ ਉਹਨਾਂ ਦੇ ਸਾਂਝੇ ਵਧਾਰੇ ਨਾਲ ਜੁੜਿਆ ਹੈ। ਰੂਹਾਨੀਅਤ ਨਾਲ ਲਵਰੇਜ਼ ਰਿਸ਼ਤਾ ਉਸ ਵੇਲੇ ਜੁੜਦਾ ਹੈ ਜਦੋਂ ਹਉਮੈ ਅਤੇ ਦੁਐਤ ਤੋਂ ਛੁਟਕਾਰਾ ਮਿਲਦਾ ਹੈ। ਇੱਕ ਵਾਰ ਫਿਰ ਅਸੀਂ ਇੰਡੀਆ ਪਾਕਿਸਤਾਨ ਦੀ ਸਰਹੱਦ ਤੋਂ ਵਾਘਾ ਨਾਕੇ ਤੋਂ ਲੰਘ ਕੇ ਫਾਰੂਕਾਬਾਦ ਜਾ ਰਹੇ ਹਾਂ, ਜੋ ਨਨਕਾਣਾ ਸਾਹਿਬ ਤੋਂ ਤਕਰੀਬਨ 24 ਕਿਲੋਮੀਟਰ ਦੀ ਵਿੱਥ ਉੱਤੇ ਹੈ। ਗੁਰੂ ਨਾਨਕ ਦੇ ਦੌਰ ਵਿੱਚ ਇਸ ਸਥਾਨ ਦਾ ਨਾਮ ਚੂਹੜਕਾਨਾ ਸੀ। ਇਸ ਸਥਾਨ ਉੱਤੇ ਗੁਰੂ ਨਾਨਕ ਨੇ ਲੰਗਰ ਦਾ ਦਸਤੂਰ ਕਾਇਮ ਕੀਤਾ। 18 ਸਾਲਾਂ ਦੀ ਉਮਰ ਤੱਕ ਵੀ ਗੁਰੂ ਨਾਨਕ ਨੇ ਦੁਨਿਆਵੀ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਉਹਨਾਂ ਦੀ ਤਰਬੀਅਤ ਬਾਰੇ ਚਿੰਤਾ ਕਰ ਰਹੇ ਮਹਿਤਾ ਕਾਲੂ ਨੇ ਉਹਨਾਂ ਨੂੰ ਕੋਈ ਕੰਮ ਸ਼ੁਰੂ ਕਰਨ ਲਈ ਲੋੜੀਂਦੀ ਰਕਮ ਦਿੱਤੀ। ਗੁਰੂ ਨਾਨਕ ਆਪਣੇ ਅਗਵਾਨ ਸਾਹਿਕ ਨਾਲ ਚੂਹੜਕਾਨਾ ਹੀ ਪਹੁੰਚੇ ਸਨ ਕਿ ਉਹਨਾਂ ਨੂੰ ਭਗਤ ਰਹਿਣ ਮਿਲ ਗਏ, ਜੋ ਆਪਣੇ ਪੈਰੋਕਾਰਾਂ ਦੇ ਜੱਥੇ ਨਾਲ ਸਨ। ਉਹਨਾਂ ਨੂੰ ਭੁੱਖ ਲੱਗੀ ਸੀ। ਦਇਆਵਾਨ ਗੁਰੂ ਨਾਨਕ ਵਿੱਚ ਵਰਤਾਵਨ ਅਤੇ ਸੇਵਾ ਦੀ ਭਾਵਨਾ ਠਾਠਾ ਮਾਰਦੀ ਸੀ। ਉਹਨਾਂ ਨੇ ਸਾਰੀ ਰਕਮ ਸਾਧੂਆਂ ਦੀ ਸੇਵਾ ਵਿੱਚ ਲਗਾ ਦਿੱਤੀ। ਸੇਵਾ ਦੇ ਇਸ ਬੇਗਰਜ਼ ਕਾਰਜ ਨਾਲ ਉਹਨਾਂ ਨੇ ਅਨੂਠੀ ਮਿਸਾਲ ਕਾਇਮ ਕੀਤੀ। ਖੁਰਾਕ ਜ਼ਿੰਦਗੀ ਨੂੰ ਕਾਇਮ ਰੱਖਣ ਦਾ ਮੂਲ ਸਰੋਤ ਹੈ। ਜਦੋਂ ਇਹੋ ਕਾਰਜ ਸਾਂਝੇ ਰੂਪ ਵਿੱਚ ਵੰਡ ਕੇ ਕੀਤਾ ਜਾਂਦਾ ਹੈ ਤਾਂ ਇਸ ਨਾਲ ਦਇਆ ਅਤੇ ਵਹਿਦਤ ਦਾ ਅਹਿਸਾਸ ਬੁਲੰਦ ਹੁੰਦਾ ਹੈ। ਰਵ ਸਸਦੀਪ ਅਨੂਪ ਜੋਤ त्रिभुवन ज्योत अपार हाट पटन गढ़ कोठड़ी सच सौदा वापार ज्ञान जन पे
रतना देख निरंजन भवाए गुप्त प्रगट सब जानिए जे मन राखे ठाए। ਗੁਰੂ ਨਾਨਕ ਨੇ ਫਰਮਾਇਆ ਕਿ ਜਦੋਂ ਅਗਿਆਨਤਾ ਦਾ ਹਨੇਰਾ ਛਟਦਾ ਹੈ ਤਾਂ ਸਦਗੁਣ ਪ੍ਰਗਟ ਹੁੰਦੇ ਹਨ। ਮਨੁੱਖਾ ਬੁੱਤ ਤਾਂ ਰੂਹ ਦੀ ਇਬਾਦਤਗਾਹ ਹੈ। ਜੇ ਮਨੁੱਖਾ ਬੁੱਤ ਰੂਪੀ ਹੱਟੀ ਨੂੰ ਖੁਰਾਕ ਵਜੋਂ ਚੇਤਨਾ ਰੂਪੀ ਗਿਆਨ ਦੀ ਰੋਸ਼ਨੀ ਮਿਲਦੀ ਰਹੇ ਤਾਂ ਇਸ ਦੀ ਸੌਦਾਗਰੀ ਸੁੱਚੀ ਹੋ ਜਾਂਦੀ ਹੈ। ਇਸ ਹਾਲਤ ਵਿੱਚ ਚੈਨ ਦੇ ਭੰਡਾਰੇ ਭਰ ਜਾਂਦੇ ਹਨ। ਉਹਨਾਂ ਨੇ ਇਹੋ ਸੱਚਾ ਸੌਦਾ ਕੀਤਾ। True business that he did. ਗੁਰੂ ਨਾਨਕ ਜੀ ਨੇ ਜਿਹੜਾ ਲੰਗਰ ਸ਼ੁਰੂ ਕੀਤਾ ਹਰ ਇੱਕ ਵਾਸਤੇ ਸੀ ਤੇ ਉਹਨਾਂ ਨੇ ਸੋਹਣੀ ਚਲਾ ਗਏ ਤੇ ਹੁਣ ਵੀ ਅਸੀਂ ਉਮੀਦ ਰੱਖਦੇ ਹਾਂ, ਅਸੀਂ ਤਰਸਦੇ ਹਾਂ ਉਸ ਦਿਹਾੜੇ ਨੂੰ ਕਿ ਸੰਗਤਾਂ ਇੱਥੇ ਆਉਣ ਤੇ ਲੰਗਰ ਛਕਣ ਤੇ ਲੰਗਰ ਦੀਆਂ ਰੌਣਕਾਂ ਲੱਗੀਆਂ ਰਹਿਣ। ਭੁੱਖੇ ਸਾਧੂਆਂ ਦੀ ਸੇਵਾ ਵਿੱਚ ਸਾਰੀ ਰਕਮ ਖਰਚ ਕੇ ਗੁਰੂ ਨਾਨਕ ਤਲਵੰਡੀ ਵਾਪਸ ਪਹੁੰਚੇ। ਆਪਣੇ ਕੀਤੇ ਉੱਤੇ ਪਿਤਾ ਮਹਿਤਾ ਕਾਲੂ ਦੀ ਨਾ ਖੁਸ਼ੀ ਦਾ ਅੰਦਾਜ਼ਾ ਲਗਾ ਕੇ ਉਹ ਦਰਖਤਾਂ ਦੇ ਝੁੰਡ ਹੇਠ ਪਿੰਡ ਦੇ ਬਾਹਰ ਵਾਰ ਰੁਕ ਗਏ। ਉਹ ਅਸਥਾਨ ਹੁਣ ਗੁਰਦੁਆਰਾ ਤੰਬੂ ਸਾਹਿਬ ਵਿੱਚ ਹੈ। ਸਹਾਇਕ ਨੇ ਮਹਿਤਾ ਕਾਲੂ ਸਾਹਮਣੇ ਚੂੜਕਾਨਾ ਵਿੱਚ ਹੋਈ ਬੀਤੀ ਬਿਆਨ ਕੀਤੀ। ਗੁੱਸੇ ਵਿੱਚ ਤਪੇ ਹੋਏ ਮਹਿਤਾ ਕਾਲੂ ਨੇ ਗੁਰੂ ਨਾਨਕ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਕੋਈ ਮੁਨਾਫੇ ਵਾਲਾ ਕੰਮ ਕਰਨ ਦੀ ਥਾਂ ਭੁੱਖੇ ਸਾਧੂਆਂ ਦੀ ਸੇਵਾ ਵਿੱਚ ਮਾਇਆ ਕਿਉਂ ਬਰਬਾਦ ਕੀਤੀ। ਗੁਰੂ ਨਾਨਕ ਨੇ ਠੰਡੇ ਮੱਤੇ ਨਾਲ ਜਵਾਬ ਦਿੱਤਾ ਕਿ ਭੁੱਖੇ ਸਾਧੂਆਂ ਦੀ ਸੇਵਾ ਤੋਂ ਜ਼ਿਆਦਾ ਗੁਣਕਾਰੀ ਅਤੇ ਲਾਹੇਵੰਦਾ ਸੌਦਾ ਉਹਨਾਂ ਨੂੰ ਨਹੀਂ ਮਿਲਿਆ। ਰਾਏ ਬੁਲਾਰ ਜੀ ਜੋ ਇੱਥੋਂ ਦੇ ਹਾਕਮ ਸਨ, ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਮਹਿਤਾ ਕਾਲੂ ਆਪਣੇ ਬੇਟੇ ਬਾਬਾ ਗੁਰੂ ਨਾਨਕ ਤੇ ਬਹੁਤ ਗੁੱਸਾ ਨੇ ਤੇ ਉਹਨਾਂ ਨੇ ਉਹ 20 ਰੁਪਏ ਆਪਣੀ ਜੇਬ ਵੱਲੋਂ ਮਹਿਤਾ ਕਾਲੂ ਨੂੰ ਵਾਪਸ ਹਟਾ ਦਿੱਤੇ। ਜਨਮ ਸਾਖੀਆਂ ਵਿੱਚ ਦਰਜ ਹੈ ਕਿ ਰਾਏ ਬੁਲਾਰ ਦਾ ਗੁਰੂ ਨਾਨਕ ਨਾਲ ਬਹੁਤ ਪਿਆਰ ਸੀ ਅਤੇ ਉਹ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ। ਉਹ ਭਲੇ ਅਤੇ ਧਰਮਾਤਮਾ ਸ਼ਖਸ ਸਨ ਜਿਨ੍ਹਾਂ ਉੱਤੇ ਗੁਰੂ ਨਾਨਕ ਦੀ ਸ਼ਖਸੀਅਤ ਦਾ ਬਹੁਤ ਅਸਰ ਸੀ। ਬਚਪਨ ਵਿੱਚ ਹੀ ਗੁਰੂ ਨਾਨਕ ਵਿੱਚ ਉਹਨਾਂ ਸਾਰੇ ਮਜ਼ਹਬੀ ਸਥਾਨ ਉੱਤੇ ਜਾਣ ਦੀ ਤਾਂਘ ਪੈਦਾ ਹੋਈ ਜੋ ਤੀਰਥ ਯਾਤਰੂਆਂ ਦੀ ਜ਼ਿਆਰਤ ਲਈ ਜਾਣੇ ਜਾਂਦੇ ਸਨ। ਉਹਨਾਂ ਨੇ ਆਪਣੇ ਦਿਲ ਦੀ ਗੱਲ ਭਾਈ ਮਰਦਾਨੇ ਨਾਲ ਸਾਂਝੀ ਕੀਤੀ, ਜਿਨ੍ਹਾਂ ਨਾਲ ਉਹਨਾਂ ਦੀ ਦਿਲ ਅਤੇ ਖਿਆਲਾਂ ਦੀ ਡੂੰਘੀ ਸਾਂਝ ਸੀ। ਭਾਈ ਮਰਦਾਨਾ ਲੰਮਾ ਸਮਾਂ ਬਾਬਾ ਗੁਰੂ ਨਾਨਕ ਦੇ ਸੰਗੀ ਰਹੇ। ਉਹਨਾਂ ਨੇ ਬਾਬਾ ਗੁਰੂ ਨਾਨਕ ਦਾ ਮਨੁੱਖੀ ਸੁਨੇਹਾ ਦੁਨੀਆ ਵਿੱਚ ਫੈਲਾਉਣ ਵਿੱਚ ਅਹਿਮ ਹਿੱਸਾ ਪਾਇਆ। ਭਾਈ ਮਰਦਾਨਾ ਦਾ ਜਨਮ ਇਸ ਪਿੰਡ ਵਿੱਚ ਹੋਇਆ ਜੋ ਹੁਣ ਨਨਕਾਣਾ ਸਾਹਿਬ ਹੈ। ਉਹਨਾਂ ਦਾ ਜਨਮ ਮਰਾਸੀ ਪਰਿਵਾਰ ਵਿੱਚ ਹੋਇਆ। ਗੁਰੂ ਨਾਨਕ ਨੇ 20 ਸਾਲ ਦੀ ਉਮਰ ਵਿੱਚ ਭਾਈ ਮਰਦਾਨਾ ਨੂੰ ਆਪਣੀਆਂ ਰੂਹਾਨੀ ਯਾਤਰਾਵਾਂ ਉੱਤੇ ਨਾਲ ਚੱਲਣ ਦੀ ਬੇਨਤੀ ਕੀਤੀ। ਮਹਿਤਾ ਕਾਲੂ ਨੇ ਯਾਤਰਾਵਾਂ ਉੱਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਭਾਈ ਮਰਦਾਨਾ ਨੇ ਇਸ ਖਿਆਲ ਨੂੰ ਅੱਗੇ ਪਾਉਣ ਦੀ ਸਲਾਹ ਦਿੱਤੀ ਕਿਉਂਕਿ ਉਹਨਾਂ ਸਿਰ ਆਪਣੀ ਧੀ ਦੇ ਵਿਆਹ ਦੀ ਜ਼ਿੰਮੇਵਾਰੀ ਸੀ। ਮੁਸਾਫਰੀ ਦੀ ਤਾਂਘ ਦਰਸਾਉਂਦੀ ਹੈ ਕਿ ਗੁਰੂ ਨਾਨਕ ਦਾ ਝੁਕਾਓ ਛੋਟੀ ਉਮਰ ਤੋਂ ਹੀ ਘੁੰਮ ਫਿਰ ਕੇ ਵੱਖ-ਵੱਖ ਅਕੀਦਿਆਂ ਦੇ ਤੀਰਥ ਸਥਾਨ ਦਾ ਤਜਰਬਾ ਹਾਸਿਲ ਕਰਨ ਅਤੇ ਗੋਸ਼ਟ ਰਚਾਉਣ ਵੱਲ ਸੀ। ਗੁਰੂ ਨਾਨਕ ਦੀ ਫਲਸਫੀ ਸੋਚ ਅਤੇ ਪਦਾਰਥ ਤੋਂ ਬੇਲਾਗਤਾ ਕਾਰਨ ਉਹਨਾਂ ਦੇ ਮਾਪਿਆਂ ਨੂੰ ਯਕੀਨ ਹੋਣ ਲੱਗਿਆ ਕਿ ਉਹਨਾਂ ਨੂੰ ਕੋਈ ਬਿਮਾਰੀ ਹੈ। ਸਾਖ ਸੰਬੰਧੀਆਂ ਅਤੇ ਦੋਸਤਾਂ ਲਈ ਉਹਨਾਂ ਦੀ ਬੇਪਰਵਾਹੀ ਚਿੰਤਾ ਦਾ ਵਿਸ਼ਾ ਸੀ। ਮਹਿਤਾ ਕਾਲੂ ਨੇ ਵੈਦ ਬੁਲਾਇਆ। ਜਦੋਂ ਵੈਦ ਨੇ ਉਹਨਾਂ ਦੀ ਨਬਜ਼ ਟੋਹੀ ਤਾਂ ਉਹਨਾਂ ਨੇ ਬਾਂਹ ਛੁਡਾ ਕੇ ਇਹ ਸ਼ਬਦ ਉਚਾਰਿਆ, ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹਾਂ
पोला वैद ना जानई करक कले जे माहे ਗੁਰੂ ਨਾਨਕ ਦੀ ਮਰਜ਼ ਜਿਸਮਾਨੀ ਨਹੀਂ ਸੀ, ਉਹਨਾਂ ਦੀ ਰੂਹ ਵਿੱਚ ਵਿਛੋੜੇ ਦਾ ਡੂੰਘਾ ਦਰਦ ਵਸਿਆ ਸੀ। ਸਮਾਜ ਵਿੱਚ ਫੈਲੇ ਹੋਮੇ ਰੋਗ ਕਾਰਨ ਉਹਨਾਂ ਦੇ ਕਲੇਜੇ ਦਰਦ ਹੁੰਦਾ ਸੀ, ਕਿਉਂਕਿ ਇਹ ਸਮਾਜਿਕ ਤਾਣੇ ਬਾਣੇ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਦਾ ਕਾਣ ਕਰਦਾ ਹੈ ਅਤੇ ਹਮਸਾਇਆਂ ਵਿੱਚ ਕਲੇਸ਼ ਪੈਦਾ ਕਰਦਾ ਸੀ। ਅਸੀਂ ਰਾਏ ਬੁਲਾਰ ਪੱਟੀ ਦੀ ਯਾਦਗਾਰ ਉੱਤੇ ਸਿਜਦਾ ਕਰਨ ਆਏ ਹਾਂ, ਜੋ ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਜਨਮ ਅਸਥਾਨ ਤੋਂ ਕੁਝ ਫਰਕ ਨਾਲ ਇੱਕ ਟਿੱਲੇ ਉੱਤੇ ਬਣੀ ਹੈ। ਦੁਨੀਆ ਅੱਜ ਜਿੱਥੇ ਛੋਟੇ-ਛੋਟੇ ਮਾਮਲਾਤ ਤੇ ਵੰਡੀ ਗਈ ਹੈ, ਅਸੀਂ ਰਾਏ ਬੁਲਾਰ ਦੀ ਔਲਾਦ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਰਾਏ ਬੁਲਾਰ ਸਾਹਿਬ ਔਰ ਬਾਬਾ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਤੇ ਦੀਨ ਨੂੰ ਇਕੱਠਾ ਲੈ ਕੇ ਚੱਲੇ हैं, ਅਸੀਂ ਵੀ ਇਹ ਚਾਹਾਂਗੇ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਕ ਨਾਲ ਚੱਲੇ। ਗੁਰੂ ਨਾਨਕ ਮੁਤਾਬਕ ਸੱਚੀ ਦੋਸਤੀ ਦਾ ਮਤਲਬ ਹੀ ਇਕੱਠੇ ਹੋ ਕੇ ਪ੍ਰੇਮ ਨਾਲ ਰੂਹਾਨੀ ਗਿਆਨ ਪ੍ਰਾਪਤੀ ਦੇ ਬਿਖੜੇ ਪੈਂਡੇ ਤੈਅ ਕਰਨਾ ਹੈ। ਗੁਣ ਗਾਏ ਮੰਗਲ ਪ੍ਰੇਮ ਰਸੀ ਮੁੰਦ ਮਨ ਉਮਾਹੋ ਸਾਜਨ रहन से तुष्ट व्यापै साच जप सच लाहो।